ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ NRI ਵਰਲਡ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਕੈਨੇਡਾ ਪਰਦੇ ਵਿੱਚ NRIs ਦੀਆਂ ਸਰਗਰਮੀਆਂ ਦੇ ਨਾਲ ਟੋਰਾਂਟੋ ਤੋਂ ਮੈਂ ਜਸਟੀਨ ਕੌਰ ਹਾਜ਼ਰ ਹਾਂ। ਸ਼ੁਰੂਆਤ ਕਰਦੇ ਹਾਂ ਅੱਜ ਦੇ ਐਪੀਸੋਡ ਦੀ। ਓਨਟਾਰੀਓ ਦੇ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਵੱਲੋਂ ਸੂਬੇ ਭਰ ਦੇ ਵਿੱਚ ਹੈਲਮਟ ਐਗਜ਼ੈਂਪਸ਼ਨ ਦੀ ਤੀਸਰੀ ਵਰ੍ਹੇਗੰਢ ਮਨਾਈ ਗਈ ਅਤੇ ਇਸ ਲਈ ਓਨਟਾਰੀਓ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਰੈਂਪਟਨ ਤੋਂ ਟੋਰਾਂਟੋ ਕੁਈਨਸ ਪਾਰਕ ਤੱਕ ਮੋਟਰਸਾਈਕਲ ਰਾਈਡ ਕੱਢੀ ਗਈ। ਜ਼ਿਕਰਯੋਗ ਹੈ ਕਿ ਓਨਟਾਰੀਓ ਸਰਕਾਰ ਵੱਲੋਂ ਸਾਲ 2018 ਦੇ ਵਿੱਚ ਸਿੱਖਾਂ ਲਈ ਹੈਲਮਟ ਐਗਜ਼ੈਂਪਸ਼ਨ ਦਾ ਐਲਾਨ ਕੀਤਾ ਗਿਆ ਸੀ। ਓਨਟਾਰੀਓ ਦੇ ਵਿੱਚ ਵਸਦੇ ਸਿੱਖਾਂ ਨੇ ਤਕਰੀਬਨ 43 ਸਾਲ ਲੰਮਾ ਸਮਾਂ ਸੰਘਰਸ਼ ਕੀਤਾ ਕਿ ਅਸੀਂ ਦਸਤਾਰ ਪਹਿਨ ਕੇ ਆਪਣੀ ਨਿੱਤ ਪ੍ਰਥਾ ਦੀ ਐਕਟੀਵਿਟੀ ਜਿਹੜੀ ਆ ਕਰ ਸਕੀਏ। ਬਹੁਤ ਥਾਵਾਂ 'ਤੇ ਬੰਦਸ਼ਾਂ ਸੀਗੀਆਂ ਔਰ ਅਜੇ ਵੀ ਬਹੁਤ ਥਾਵਾਂ 'ਤੇ ਬੰਦਸ਼ਾਂ ਜਾਰੀ ਨੇ, ਪਰ 43 ਸਾਲਾਂ ਬਾਅਦ ਸਿੱਖ ਮੋਟਰਸਾਈਕਲ ਕਲੱਬ ਨੇ ਇੱਕ ਭਾਈਚਾਰੇ ਦੇ ਸਹਿਯੋਗ ਨਾਲ ਮਾਰਕਾ ਮਾਰਿਆ ਔਰ ਇਹਦੇ ਵਿੱਚ ਬਰਾਬਰ ਦਾ ਯੋਗਦਾਨ ਪਾਇਆ ਸਾਡੇ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਹੋਣਾ ਨੇ। 18 ਅਕਤੂਬਰ ਨੂੰ ਜਿਹੜੀ ਇਹ ਸਾਨੂੰ ਹੈਲਮਟ ਐਗਜ਼ੈਂਪਸ਼ਨ ਦੀ ਛੋਟ ਦਿੱਤੀ ਗਈ। ਅਸੀਂ ਦਸਤਾਨਾ ਪਹਿਨ ਕੇ ਓਨਟਾਰੀਓ ਦੇ ਵਿੱਚ ਮੋਟਰਸਾਈਕਲ ਚਲਾ ਸਕਦੇ ਹੈਗੇ ਹਾਂ। ਇਹ ਸਾਨੂੰ ਛੋਟ ਜਿਹੜੀ ਹੈ 3 ਸਾਲ ਪਹਿਲਾਂ ਅੱਜ ਹੀ ਦੇ ਦਿਨ ਸਾਲ 2018 ਦੇ ਵਿੱਚ ਮਿਲੀ ਔਰ ਇਸ ਤਰ੍ਹਾਂ ਦੀ ਛੋਟ ਮਿਲੀ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਇਹ ਇੰਪਲੀਮੈਂਟ ਹੋਇਆ ਓਨਟਾਰੀਓ ਦੀ ਪਾਰਲੀਮੈਂਟ ਦੇ ਵਿੱਚ, ਤਾਂ ਉਸੇ ਵੇਲੇ ਹੀ ਇਮੀਡੀਏਟਲੀ ਇਹ ਕਾਨੂੰਨ ਲਾਗੂ ਹੋ ਗਿਆ ਔਰ ਅਸੀਂ ਉੱਥੋਂ ਹੀ ਪੱਗਾਂ ਬੰਨ੍ਹ ਕੇ ਮੋਟਰਸਾਈਕਲਾਂ 'ਤੇ ਆ ਸਕਦੇ ਸੀਗੇ। ਸੋ ਇਹ ਜਿਹੜਾ ਮਾਣ ਸਾਨੂੰ ਪ੍ਰਾਪਤ ਹੋਇਆ, ਇਹਦੇ ਨਾਲ ਸਾਡੀਆਂ ਜ਼ਿੰਮੇਵਾਰੀਆਂ ਵੀ ਨੇ ਔਰ ਉਹ ਜ਼ਿੰਮੇਵਾਰੀਆਂ ਸਿੱਖ ਮੋਟਰਸਾਈਕਲ ਕਲੱਬ ਬਖੂਬੀ ਨਿਭਾ ਰਿਹਾ ਹੈ, ਜਿਹਦੇ ਵਿੱਚ ਅਸੀਂ ਦਸਤਾਰ ਨੂੰ ਇੱਕ ਚਿੰਨ੍ਹ ਬਣਾ ਕੇ ਔਰ ਮੋਟਰਸਾਈਕਲ ਦਾ ਉਪਯੋਗ ਕਰਕੇ ਸਦਉਪਯੋਗ ਕਰਕੇ ਸਮਾਜ ਦੀ ਭਲਾਈ ਦੇ ਲਈ ਬਹੁਤ ਸਾਰੇ ਕੰਮ ਜਿਹੜੇ ਕਿ ਸਿੱਖ ਮੋਟਰਸਾਈਕਲ ਕਲੱਬ ਨੇ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਨੇ, ਜਿਹਦੇ ਵਿੱਚ ਕੈਨੇਡੀਅਨ ਕੈਂਸਰ ਸੁਸਾਇਟੀ, ਡਾਇਬਟੀਜ਼ ਕੈਨੇਡਾ, ਖਾਲਸਾ ਏਡ, ਯੂਨਾਈਟਿਡ ਸਿੱਖਸ ਅਤੇ ਹੋਰ ਬੜੀਆਂ ਹੀ ਸਿਰ ਕੱਢ ਜਥੇਬੰਦੀਆਂ ਵਾਸਤੇ ਕਈ ਲੱਖਾਂ ਹੀ ਡਾਲਰ ਜਿਹੜੇ ਇਕੱਠੇ ਕਰਕੇ ਦਿੱਤੇ ਜਾ ਚੁੱਕੇ ਨੇ, ਤਾਂ ਕਿ ਜਿਹੜੇ ਸਮਾਜ ਦੇ ਸਾਡੇ ਪਿਛੜੇ ਵਰਗ ਨੇ ਉਹਨਾਂ ਵੱਲ ਕੋਈ ਵੀ ਦੁੱਖ ਤਕਲੀਫ ਦਾ ਜਿਹੜਾ ਚਾਲ ਪੈਂਦੀ ਹੈ ਉਹਨੂੰ ਮੋੜਿਆ ਜਾ ਸਕੇ, ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸਹੂਲੀਅਤ ਭਰਿਆ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤ ਦੇ ਵਿੱਚ ਵਾਪਰੀ ਲਖੀਮਪੁਰ ਖੇੜੀ ਘਟਨਾ ਸੰਬੰਧੀ ਓਨਟਾਰੀਓ ਦੇ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਵੱਲੋਂ ਇੱਕ ਰਾਈਡ ਕੱਢੀ ਗਈ ਅਤੇ ਪੀੜਤ ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਇਨਸਾਫ ਦੀ ਮੰਗ ਕੀਤੀ ਗਈ। ਇਹ ਰਾਈਡ ਬਰੈਂਪਟਨ ਤੋਂ ਸ਼ੁਰੂ ਹੋ ਕੇ ਟੋਰਾਂਟੋ ਦੇ ਵਿੱਚ ਸਥਿਤ ਭਾਰਤੀ ਕੌਂਸਲੇਟ ਜਨਰਲ ਦੇ ਦਫ਼ਤਰ ਦੇ ਬਾਹਰ ਸਮਾਪਤ ਹੋਈ। ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਮੌਕੇ ਹਾਜ਼ਰੀ ਭਰੀ ਤੇ ਪੀੜਤ ਪਰਿਵਾਰਾਂ ਲਈ ਇਨਸਾਫ ਦੀ ਮੰਗ ਕੀਤੀ। ਇਹ ਜਿਹੜਾ ਮੁੱਦਾ ਹੈਗਾ ਭਾਰਤ ਦੇ ਵਿੱਚ, ਇਹ ਇਕੱਲਾ ਕਿਸਾਨੀ ਦਾ ਮੁੱਦਾ ਨਹੀਂ ਹੈ, ਇਹ ਸਾਰੇ ਉਹਨਾਂ ਲੋਕਾਂ ਦਾ ਮੁੱਦਾ ਹੈਗਾ ਜਿਹੜੇ ਲੋਕ ਰੋਜ਼ ਕੋਈ ਨਾ ਕਿਸੇ ਰੂਪ ਦੇ ਵਿੱਚ, ਚਾਹੇ ਰੋਟੀ ਦੇ ਰੂਪ ਦੇ ਵਿੱਚ, ਚਾਹੇ ਚੌਲਾਂ ਦੇ ਰੂਪ ਦੇ ਵਿੱਚ, ਕਿਸੇ ਹੋਰ ਤਰੀਕੇ ਦੇ ਨਾਲ ਆਪਣੇ ਮੂੰਹ ਦੇ ਵਿੱਚ ਬੁਰਕੀ ਪਾਉਂਦੇ ਆ, ਜਿਨ੍ਹਾਂ ਦੇ ਢਿੱਡ ਲੱਗਿਆ ਹੋਇਆ। ਔਰ ਮੈਂ ਇਹ ਗੱਲ ਕਹਿ ਸਕਦਾ ਕਿ ਜਿਹੜੇ ਸਾਡੇ ਕਿਸਾਨ ਭਰਾ ਭਾਰਤ ਦੇ ਵਿੱਚ ਸੰਘਰਸ਼ ਕਰ ਰਹੇ ਆ, ਉਹ ਸਮੁੱਚੇ ਭਾਰਤ ਦੇ ਢਿੱਡ ਦੇ ਲਈ ਲੜਾਈ ਲੜ ਰਹੇ ਨੇ, ਕਿਉਂਕਿ ਜੇ ਇਹ ਇੱਕ ਬਿੱਲ ਜਿਹੜੇ ਵਾਪਸ ਨਾ ਕੀਤੇ ਗਏ ਤਾਂ ਹੋ ਸਕਦਾ ਅੱਧਾ ਭਾਰਤ ਜਿਹੜਾ ਭੁੱਖਾ ਮਰ ਜੂਗਾ। ਅਤੇ ਇਹਦੇ ਨਾਲ ਅਸੀਂ ਸਿੱਖ ਮੋਟਰਸਾਈਕਲ ਕਲੱਬ ਦੇ ਪਲੇਟਫਾਰਮ ਤੋਂ ਉੱਥੋਂ ਦੇ ਪ੍ਰਸ਼ਾਸਨ ਨੂੰ, ਉੱਥੋਂ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਭਾਰਤ ਦੇ ਵਿੱਚ ਸੰਘਰਸ਼ ਕਰਨ ਵਾਲੇ ਜਿਹੜੇ ਕਿਸਾਨ ਆ ਉਹਨਾਂ ਨੂੰ ਇਕੱਲਿਆਂ ਨਾ ਸਮਝਿਆ ਜਾਵੇ। ਪੂਰੀ ਦੁਨੀਆ ਭਰ ਦੇ ਲੋਕ ਜਿਹੜੇ ਆ, ਇੱਥੋਂ ਤੱਕ ਕਿ ਜਿਹੜੇ ਭਾਰਤ ਦੇ ਵਸਨੀਕ ਨਹੀਂ ਵੀ ਹੈਗੇ, ਚਾਹੇ ਜੀ ਸਿੰਗਰ ਹੋਣ, ਚਾਹੇ ਕਿਸੇ ਤਰ੍ਹਾਂ ਦੇ ਐਕਟਰ ਹੋਣ, ਬਾਹਰਲੇ ਦੇਸ਼ਾਂ ਦੇ ਲੋਕ ਵੀ ਜਿਹੜੇ ਆ ਇਸ ਸੰਘਰਸ਼ ਨਾਲ ਜੁੜੇ ਹੋਏ ਨੇ ਔਰ ਵਨ ਔਨ ਦੀ ਅਦਰ ਹੈਂਡ ਉਹਨਾਂ ਨੂੰ ਇਹ ਜਿਹੜੇ ਕਾਲੇ ਕਾਨੂੰਨ ਭਾਰਤੀ ਲੋਕਾਂ ਦੇ ਖਿਲਾਫ ਉਹਨਾਂ ਨੇ ਫੈਸਲੇ ਲਏ ਆ, ਉਹਨਾਂ ਨੂੰ ਇੱਕ ਦਿਨ ਜ਼ਰੂਰ ਵਾਪਸ ਲੈਣੇ ਪੈਣੇ ਆ। ਓਨਟਾਰੀਓ ਦੀ ਸਿਮਕੋ ਕਾਉਂਟੀ ਦੇ ਟੋਟਨਹੈਮ ਸ਼ਹਿਰ ਦੇ ਵਿੱਚ ਬੀਤੇ ਦਿਨੀ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਨੇ 3 ਪੰਜਾਬੀ ਕੁੜੀਆਂ ਦੀ ਜਾਨ ਲੈ ਲਈ। ਜਾਣਕਾਰੀ ਮੁਤਾਬਕ ਟ੍ਰੇਨ ਅਤੇ ਗੱਡੀ ਦੀ ਟੱਕਰ ਦੇ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਦੇ ਵਿੱਚ 2 ਲੋਕੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਗੱਡੀ ਦੇ ਵਿੱਚ 5 ਲੋਕੀ ਸਵਾਰ ਸਨ, ਜਿਸ ਵਿੱਚੋਂ 1 ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ 4 ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਟੋਰਾਂਟੋ ਟਰਾਮਾ ਸੈਂਟਰ ਲਿਜਾਇਆ ਗਿਆ ਸੀ, ਪਰ ਇਲਾਜ ਦੌਰਾਨ 2 ਹੋਰ ਲੋਕਾਂ ਨੇ ਦਮ ਤੋੜ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਗੱਡੀ ਦੇ ਵਿੱਚ ਸਵਾਰ ਨੌਜਵਾਨਾਂ ਦੀ ਉਮਰ 19 ਤੋਂ 28 ਸਾਲ ਦੇ ਦਰਮਿਆਨ ਹੈ। ਪੁਲਿਸ ਵੱਲੋਂ ਨਿੱਜੀ ਕਾਰਨਾਂ ਕਰਕੇ ਮ੍ਰਿਤਕਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ ਹੈ, ਪਰ ਪੰਜਾਬ ਤੋਂ ਆ ਰਹੀਆਂ ਖਬਰਾਂ ਅਨੁਸਾਰ ਹਾਦਸੇ ਦੇ ਕਾਰਨ ਜਾਨ ਗਵਾ ਚੁੱਕੀਆਂ 3 ਕੁੜੀਆਂ ਭਾਰਤ ਦੇ ਸੂਬੇ ਪੰਜਾਬ ਤੋਂ ਹਨ, ਜਿਸ ਵਿੱਚੋਂ ਇੱਕ ਦੀ ਪਹਿਚਾਣ 24 ਸਾਲਾ ਪ੍ਰਭਦੀਪ ਕੌਰ ਵਜੋਂ ਕੀਤੀ ਗਈ ਹੈ। ਪ੍ਰਭਦੀਪ ਕੌਰ ਫਰੀਦਕੋਟ ਦੀ ਰਹਿਣ ਵਾਲੀ ਸੀ।
ਇਸ ਹਾਦਸੇ ਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਰਾਣੀਵਾਲਾ ਦੀ 18 ਵਰ੍ਹਿਆਂ ਦੀ ਜਸ਼ਨਪ੍ਰੀਤ ਕੌਰ ਦੀ ਵੀ ਮੌਤ ਹੋ ਗਈ, ਜਦਕਿ ਪਿੰਡ ਰਾਣੀਵਾਲਾ ਦੇ ਨਾਲ ਹੀ ਸੰਬੰਧਿਤ ਜਸ਼ਨਪ੍ਰੀਤ ਦੀ ਚਚੇਰੀ ਭੈਣ ਪਾਲਮਪ੍ਰੀਤ ਕੌਰ ਇਸ ਹਾਦਸੇ ਦੇ ਵਿੱਚ ਗੰਭੀਰ ਜ਼ਖਮੀ ਹੋ ਗਈ ਤੇ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ। ਕਾਰ ਦਾ ਡਰਾਈਵਰ ਜੋ ਕਿ ਪਟਿਆਲਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ, ਉਸ ਦੀ ਵੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਕੁੜੀਆਂ ਇਸ ਕਾਰ ਰਾਹੀਂ ਆਟੋਮੋਬਾਈਲ ਸਪੇਅਰ ਪਾਰਟਸ ਫੈਕਟਰੀ ਦੇ ਵਿੱਚ ਕੰਮ ਉਤੇ ਜਾ ਰਹੀਆਂ ਸਨ। ਮ੍ਰਿਤਕ ਜਸ਼ਨਪ੍ਰੀਤ ਕੌਰ ਦੇ ਪਿਤਾ ਰਾਜਵਿੰਦਰ ਸਿੰਘ ਚੰਡੀਗੜ੍ਹ ਟਰਾਂਸਪੋਰਟ ਦੇ ਵਿੱਚ ਡਰਾਈਵਰ ਹਨ। ਜਸ਼ਨਪ੍ਰੀਤ ਕਰੀਬ 1 ਮਹੀਨਾ ਪਹਿਲਾਂ ਹੀ ਕੈਨੇਡਾ ਪੜ੍ਹਾਈ ਲਈ ਗਈ ਸੀ। ਜਸ਼ਨਪ੍ਰੀਤ ਦੇ ਪਰਿਵਾਰ ਨੇ ਭਾਰਤ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਜਸ਼ਨਪ੍ਰੀਤ ਦੀ ਮ੍ਰਿਤਕ ਦੇ ਭਾਰਤ ਲਿਆਉਣਾ ਚਾਹੁੰਦੇ ਹਨ ਤੇ ਇਸ ਲਈ ਉਹਨਾਂ ਦੀ ਮਦਦ ਕੀਤੀ ਜਾਵੇ। 1 ਮਹੀਨਾ 17 ਦਿਨ ਹੋ ਗਏ ਸੀ ਜੀ ਗੁੜੀਆ ਨੂੰ ਗਈ ਨੂੰ। ਅੱਛਾ ਜੀ। ਤੇ ਇਹ ਜਾ ਰਹੇ ਸੀ ਉੱਥੇ ਟ੍ਰੇਨ ਨਾਲ ਐਕਸੀਡੈਂਟ ਹੋਇਆ ਜੀ, ਜਿਹੜਾ 5 ਬੱਚੇ ਸੀ ਆਪਣੇ। ਇੱਕ ਦੀਪ ਸਿੰਘ ਵਾਲੇ ਦੀ ਗੁੜੀਆ ਜਿਹਦੀ ਡੈਥ ਹੋਈ ਹੈ। ਅੱਛਾ ਜੀ। ਇੱਕ ਆਪਣੇ ਬ੍ਰਦਰ ਦੀ ਗੁੜੀਆ ਸੀ ਅੱਛਾ ਜੀ। ਜਿਹਦੀ ਮਤਲਬ ਜਿਹੜੀ ਇੰਜਰਡ ਹੈ, ਜਿਹੜੀ ਦਾਖਲ ਹੈ ਜੀ। ਉੱਥੇ ਹਸਪੀਟਲ। ਇਹਦੀ ਹਸਪੀਟਲ ਜਾ ਕੇ ਮੌਤ ਹੋਈ ਹੈ। ਅੱਛਾ। ਸਾਡੇ ਵਾਸਤੇ ਬਹੁਤ ਅਫਸੋਸ ਵਾਲੀ ਗੱਲ ਹੈ ਜੀ। ਮੇਰੀ ਇੱਕੋ ਇੱਕ ਗੁੜੀਆ ਸੀ, ਮਤਲਬ ਬੇਟੀ ਸੀ, ਠੀਕ ਹੈ। ਹੋਰ ਕੋਈ ਬੱਚਾ ਨਹੀਂ। ਮੇਰੀ ਬੇਟੀ ਸੀ ਕੱਲੀ। ਠੀਕ ਹੈ। ਹਾਂ, 18.5 ਸਾਲ ਦੀ ਉਮਰ ਸੀ। ਮਿਹਨਤ ਕਰਨਾ ਕਿ ਭਾਰਤ ਸਰਕਾਰ ਅੱਗੇ ਮੇਰੀ ਜਿਹੜੀ ਪੋਤਰੀ ਦੀ ਉਹਦੀ ਡੈਥ ਹੋ ਗਈ ਆ ਤੇ ਉਹਦੀ ਡੈਡ ਬਾਡੀ ਛੇਤੀ ਇੱਧਰ ਲਿਆਂਦੀ ਜਾਵੇ, ਕਿਉਂ ਸਾਡੇ ਜਿਹੜੇ ਜੀ ਨੇ ਬਹੁਤ ਉਸ ਵਿਅਕਲ ਨੇ ਕਿ ਕਦੋਂ ਅਸੀਂ ਉਹ ਆਪਦੀ ਲੜਕੀ ਆਈ, ਸਾਡੀ ਗੁੜੀਆ ਆਈ ਤਾਂ ਉਹਦਾ ਅਸੀਂ ਮੂੰਹ ਵੇਖ ਕੇ ਚੱਲ ਉਹਦਾ ਸੰਸਕਾਰ ਇੱਥੇ ਕਰੀਏ, ਸਾਡੇ ਸਾਹਮਣੇ ਉਹਦਾ ਸੰਸਕਾਰ ਹੋ ਗਏ। ਅਤੇ ਸਾਡੀ ਸਰਕਾਰ ਵੱਲੋਂ ਵੀ ਬਹੁਤ ਹੱਥ ਜੋੜ ਕੇ ਸਾਡੇ ਵੱਲੋਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਡੈਡ ਬਾਡੀ ਦੀ ਛੇਤੀ ਤੋਂ ਛੇਤੀ ਮੰਗਾਉਣ ਦੀ। ਪੁਲਿਸ ਨੇ ਦੱਸਿਆ ਕਿ ਟ੍ਰੇਨ ਟਰੈਕ ਦਾ ਸਿਗਨਲ ਫਲੈਸ਼ ਹੋ ਰਿਹਾ ਸੀ, ਪਰ ਉੱਥੇ ਰੇਲ ਟਰੈਕ ਦੇ ਬੈਰੀਕੇਡ ਨਹੀਂ ਲੱਗੇ ਹੋਏ ਹਨ। ਜਾਣਕਾਰੀ ਮੁਤਾਬਕ ਕਾਰ ਡਰਾਈਵਰ ਨੇ ਰੇਲਵੇ ਸਿਗਨਲ ਨਹੀਂ ਦੇਖਿਆ ਅਤੇ ਮਾਲ ਗੱਡੀ ਇਸ ਕਾਰ ਦੇ ਨਾਲ ਟਕਰਾ ਗਈ। ਮਾਲ ਗੱਡੀ ਇਸ ਕਾਰ ਨੂੰ ਕਰੀਬ 1 ਕਿਲੋਮੀਟਰ ਤੱਕ ਧੂ ਕੇ ਲੈ ਗਈ। ਇਸ ਘਟਨਾ ਦੀ ਜਾਂਚ ਫਿਲਹਾਲ ਪੁਲਿਸ ਵੱਲੋਂ ਜਾਰੀ ਹੈ। ਇਸ ਕਰਕੇ ਪੁਲਿਸ ਵੱਲੋਂ ਕੋਈ ਚਾਰजेस ਨਹੀਂ ਲਗਾਏ ਗਏ ਹਨ। ਇਸ ਦੇ ਨਾਲ ਹੀ ਪੁਲਿਸ ਵੱਲੋਂ ਚਸ਼ਮਦੀਦਾਂ ਨੂੰ ਮਦਦ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਮੁਕਤਸਰ ਤੋਂ ਕੁਲਦੀਪ ਰਿਨੀ ਦੇ ਨਾਲ ਟੋਰਾਂਟੋ ਤੋਂ ਜਸਤੀਨ ਕੌਰ, PTC ਨਿਊਜ਼, ਕੈਨੇਡਾ। NRI ਵਰਲਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਅਸੀਂ ਇੱਕ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰੱਖਾਂਗੇ। ਜਦ ਹਾਜ਼ਰ ਹੁੰਦੇ ਹਾਂ, ਬਣੇ ਰਹੋ ਸਾਡੇ ਨਾਲ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ NRI ਵਰਲਡ ਦੇ ਵਿੱਚ। ਸਰੀ ਦੇ ਬਸੰਤ ਮੋਟਰਸ ਕਾਰੋਬਾਰ ਵੱਲੋਂ ਆਪਣੀ 30ਵੀਂ ਵਰ੍ਹੇਗੰਢ ਮੌਕੇ 16 ਨੌਜਵਾਨਾਂ ਨੂੰ $32,000 ਦੀ ਡੋਨੇਸ਼ਨ ਦਿੱਤੀ ਗਈ। ਦੱਸ ਦਈਏ ਕਿ ਬਸੰਤ ਮੋਟਰਸ ਵੱਲੋਂ ਇਹ ਡੋਨੇਸ਼ਨ ਪਿਛਲੇ ਲਗਭਗ 6 ਸਾਲਾਂ ਤੋਂ ਦਿੱਤੀ ਜਾ ਰਹੀ ਹੈ, ਜਿਸ ਰਾਹੀਂ ਬੱਚਿਆਂ ਨੂੰ ਐਜੂਕੇਸ਼ਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤੇ ਸਹਿਯੋਗ ਵੀ ਦਿੱਤਾ ਜਾਂਦਾ ਹੈ। ਬਸੰਤ ਮੋਟਰਸ ਸਰੀ ਦੇ ਲਈ ਅੱਜ ਬੜੇ ਮਾਣ ਦੀ ਗੱਲ ਹੈ ਕਿ ਬਸੰਤ ਮੋਟਰਸ $30,000 ਦੀ ਸਕਾਲਰਸ਼ਿਪ ਜਿਹੜੀ ਉਹ ਅੱਜ ਬੱਚਿਆਂ ਨੂੰ ਵੰਡ ਰਿਹਾ। ਮੇਰੇ ਨਾਲ ਇਸ ਵੇਲੇ ਬਲਦੇਵ ਬਾਦ ਹਨ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੜੇ ਬੱਚੇ ਉਹਨਾਂ ਨੇ ਪਿਕ ਕੀਤੇ ਅਤੇ ਕਿੱਦਾਂ ਇਹ ਸਕਾਲਰਸ਼ਿਪ ਉਹਨਾਂ ਨੂੰ ਦਿੱਤੀ ਗਈ। ਜੀ ਪਹਿਲਾਂ ਤਾਂ ਮੈਂ PTC TV ਦਾ ਸ਼ੁਕਰੀਆ ਕਰਦਾ ਕਿ ਜਿਹੜੇ ਇਹੋ ਜਿਹੇ ਕਾਰਜ ਆ ਉਹਨਾਂ ਨੂੰ ਦੁਨੀਆ ਭਰ ਦੇ ਵਿੱਚ ਇਹ ਜਦੋਂ ਦਿਖਾਉਂਦੇ ਆ ਤੇ ਉਤਸ਼ਾਹਿਤ ਹੁੰਦੇ ਬਾਕੀ ਲੋਕ ਵੀ ਕਿ ਇੰਜ ਕੀਤਾ ਜਾਵੇ। ਇਹ ਸਾਡੇ ਫਰਜ਼ ਆ ਅੰਮ੍ਰਿਤ ਜੀ, ਇਹ ਸਾਡੇ ਤਾਂ ਡਿਊਟੀਜ਼ ਆ ਕਿ ਜੋ ਅਸੀਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਆਹ ਸਾਡੀ 30ਵੀਂ ਐਨੀਵਰਸਰੀ ਹੈ। 37 ਸਾਲ ਹੋ ਗਏ ਬਿਜ਼ਨਸ ਵਿੱਚ, ਪਰ ਸਾਡੀ ਇਹ 6ਵੀਂ ਸਕਾਲਰਸ਼ਿਪ ਇਵੈਂਟ ਆ। ਅਸੀਂ ਜਿੰਨੇ ਸਾਲ ਸਾਨੂੰ ਬਿਜ਼ਨਸ ਵਿੱਚ ਆ ਉਹਨੇ ਪੈਸੇ ਅਸੀਂ ਕਮਿਟ ਕਰਦੇ ਆ ਕਿ ਬੱਚਿਆਂ ਨੂੰ ਉਹਨਾਂ ਦੀ ਐਜੂਕੇਸ਼ਨ ਲਈ ਫਰਦਰ ਲਈ ਦਿੱਤੇ ਜਾਣ, ਜਿਹੜਾ ਕਿ ਇਸ ਸਾਲ $30,000 ਸੀ। ਪਰ ਕਿਉਂਕਿ ਪੈਂਡੈਮਿਕ ਕਰਕੇ, ਕਰੋਨਾ ਕਰਕੇ ਅਸੀਂ ਸੋਚਿਆ ਵੀ ਜ਼ਰੂਰਤ ਤਾਂ ਹੋਣੀ ਆ, ਫਿਰ ਅਸੀਂ ਇਸ ਸਾਲ $32,000 $32,000 16 ਬੱਚਿਆਂ ਨੂੰ ਸਕਾਲਰਸ਼ਿਪ ਦਿੱਤੇ ਆ। ਤੁਸੀਂ ਦੇਖ ਰਹੇ ਆ ਕਿ ਬੱਚੇ ਅਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਆ, ਮਲਟੀ ਕਲਚਰਿਜ਼ਮ ਕੰਟਰੀ, ਡਾਇਵਰਸਿਟੀ ਦੇ ਵਿੱਚ ਰਹਿ ਰਹੇ ਆ ਤੇ ਹਰ ਇੱਕ ਬੱਚਾ ਜਿਹੜਾ ਉਹ ਦੂਸਰੀਆਂ ਕਿਸੇ ਵੀ ਭਾਵੇਂ ਕਮਿਊਨਿਟੀ ਦਾ ਆ ਤੇ ਇਹ ਸਾਰਿਆਂ ਬੱਚਿਆਂ ਨੂੰ ਵੱਖਰਿਆਂ ਨੂੰ ਦਿੱਤੇ ਗਏ ਆ।
ਸੋ ਇਹ ਸਾਨੂੰ ਬਹੁਤ ਵਧੀਆ ਲੱਗਦਾ ਕਿ ਅਗੇਨ ਇਹ ਅਸੀਂ ਦਿੱਤੇ ਗਏ ਸ਼ਬਦ ਨਹੀਂ ਵਰਤਣਾ ਚਾਹੁੰਦੇ, ਇਹਨਾਂ ਨੇ ਅਰਨ ਕੀਤਾ, ਇਹਨਾਂ ਨੇ ਆਪਣੀ ਐਜੂਕੇਸ਼ਨ ਨੂੰ ਡੈਮੋਨਸਟ੍ਰੇਟ ਕੀਤਾ, ਮਿਹਨਤ ਕੀਤਾ। ਤੇ ਦੇਖੋ ਇਹ ਸਾਡਾ ਫਿਊਚਰ ਹੈ, ਇਹ ਬੱਚਿਆਂ ਨੇ ਉੱਠ ਕੇ ਸਮਾਜ ਨੂੰ ਸੰਭਾਲਣਾ। ਕਿੰਨੇ ਪੋਲਾਈਟ, ਕਿੰਨੇ ਚੰਗੇ ਲੜ, ਤੁਹਾਡਾ ਹਮਦਰਦੀ ਅੰਦਰੋਂ ਇੰਨਾ ਆਉਂਦਾ ਕਿ ਤੁਸੀਂ ਇਹ ਬੱਚਿਆਂ ਲਈ ਕੀ ਕਰ ਸਕੋ। ਇਹ ਇੱਕ ਸਿੰਪਲ ਬੜਾ ਛੋਟਾ ਜਿਹਾ ਇੱਕ ਸਧਾਰਨ ਫਾਰਮੂਲਾ ਆ ਕਿ ਇਹ ਜਿਹੜਾ ਧਨ ਦੇ ਨਾਲ ਸੇਵਾ, ਇਹ ਤਾਂ ਬੜੀ ਸੌਖੀ ਜਿਹੀ ਆ। ਸੋ ਮੈਂ ਇਹ ਕਹੂੰਗਾ ਕਿ ਸਾਨੂੰ ਮਾਣ ਆ ਕਿ ਇਹ ਸਰੀ ਦੇ ਵਿੱਚ, ਕੈਨੇਡਾ ਦੇ ਵਿੱਚ ਸਾਡੀ ਉਹ ਸਟੇਜ ਆਈ ਜਿੱਥੇ ਕਿ ਅਸੀਂ ਆਪਣੇ ਪਰਿਵਾਰ ਨੂੰ ਰੋਟੀ ਰਿਜ਼ਕ ਛੱਤ ਦੇ ਨਾਲ ਅਸੀਂ ਹੋ ਸਕਦੇ ਹਾਂ ਪ੍ਰਫੁੱਲਤ। ਉੱਥੇ ਨਾਲ ਮਾਲਕ ਨੇ ਸਾਨੂੰ ਦੂਸਰਿਆਂ ਨਾਲ ਵੰਡ ਛਕਣ ਦਾ ਜਿਹੜਾ ਵੀ ਮੌਕਾ ਦਿੱਤਾ, ਤੇ ਉਹੋ ਹੀ ਅਸੀਂ ਡਿਊਟੀ ਆਪਣੀ ਨਿਭਾ ਰਹੇ ਹਾਂ। ਦੇਖੋ ਜਦੋਂ ਅਸੀਂ ਸ਼ੁਰੂ ਕੀਤੀ ਸੀ ਉਦੋਂ ਸਾਨੂੰ 150 ਦੇ ਤਕਰੀਬਨ ਐਪਲੀਕੇਸ਼ਨਸ ਆਈਆਂ, ਪਰ ਇਸ ਸਾਲ ਸਾਨੂੰ ਤਕਰੀਬਨ 800 ਦੇ ਕਰੀਬ ਐਪਲੀਕੇਸ਼ਨਸ ਆਉਣੀਆਂ। ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ ਇਹ ਪਹਿਲਾਂ ਹੀ ਪਤਾ ਲੱਗ ਜਾਂਦਾ, ਉਹ ਸਾਨੂੰ ਈਮੇਲ ਵਗੈਰਾ ਕਰਕੇ ਪੁੱਛਣ ਲੱਗ ਜਾਂਦੇ ਆ ਕਿ ਸਕਾਲਰਸ਼ਿਪ ਕਦੋਂ ਆ ਰਹੀ ਆ। ਸੋ ਜਦੋਂ ਉਹ ਬੱਚੇ ਵੱਡੀਆਂ ਯੂਨੀਵਰਸਿਟੀ 'ਚ, ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈ ਲੈਂਦੇ ਆ ਤੇ ਸਾਨੂੰ ਉਹ ਬਾਅਦ ਵਿੱਚ ਧੰਨਵਾਦ ਦੀ ਈਮੇਲ ਭੇਜਦੇ ਆ, ਤੇ ਸਾਨੂੰ ਬਹੁਤ ਹੋਰ ਵੀ ਉਤਸ਼ਾਹਿਤ ਕਰਦੇ ਆ। ਸਾਡਾ ਜੀ ਕਰਦਾ ਹੈ ਕਿ ਇਹ ਤੋਂ ਵੀ ਵੱਧ ਚੜ ਕੇ ਅਸੀਂ ਜੋ ਕੁਝ ਕਰ ਸਕਦੇ, ਔਰ ਵੀ ਆਰ ਕਮਿਟਡ, ਬਿਕਾਜ਼ ਜੋ ਕੁਝ ਵੀ ਦਿੱਤਾ ਆ, ਜੋ ਕੁਝ ਵੀ ਹੈਗਾ, ਇਟ ਬਿਲੋਂਗਸ ਟੂ ਦ ਸੋਸਾਇਟੀ, ਇਸ ਧਰਤੀ ਨੂੰ ਬਿਲੋਂਗ ਕਰਦਾ, ਤੇ ਇਹਦੇ ਵਿੱਚ ਹੀ ਵੰਡ ਛਕਿਆ ਜਾਣਾ ਚਾਹੀਦਾ। ਮੇਰੇ ਖਿਆਲ ਇਹ ਸਭ ਤੋਂ ਵੱਡਾ ਦਸਵੰਧ ਇਹੋ ਹੀ ਆ ਕਿ ਐਜੂਕੇਸ਼ਨ ਦੇ ਵਿੱਚ ਸਪੋਰਟ ਕੀਤੀ ਜਾਵੇ। ਅੱਜ ਦੇ ਇਸ ਇਵੈਂਟ ਦੇ ਵਿੱਚ ਸਿਟੀ ਆਫ ਸਰੀ ਦੇ ਮੇਅਰ ਡਗ ਮਕੱਲਮ ਵੀ ਖਾਸ ਤੌਰ ਤੇ ਪਹੁੰਚੇ ਆ। ਆਓ ਕਰਦੇ ਆ ਉਹਨਾਂ ਨਾਲ ਵੀ ਗੱਲਬਾਤ। I have with me City of Surrey Mayor Doug McCullum. Doug, how's everything? Everything's great. This is a super event with Besant Motors presenting scholarships out to students. I think it's a great example of a corporation that works in our community but gives back to our community in the form of scholarships that they've been doing for, I think, close to 6 years. And I think it's really exciting for me to be here to see the young leaders of our communities, wherever they end up, being part of the education system and learning of all of the areas that they feel that they want to excel in. And I just think it's a great event to be awarding these scholarships to these students that are moving on in their schooling. ਅੱਜ ਇਸ ਇਵੈਂਟ ਦੇ ਵਿੱਚ ਸਰੀ ਪੁਲਿਸ ਤੋਂ ਜੈਕ ਖੋਸ ਸਾਹਿਬ ਭਾਜੀ ਵੀ ਖਾਸ ਤੌਰ ਤੇ ਆਏ ਨੇ। ਮੈਂ ਹਮੇਸ਼ਾ ਇਹ ਕਹਿੰਦਾ, ਮਾੜੇ ਛੇਤੀ ਹਾਈਲਾਈਟ ਹੋ ਜਾਂਦੇ ਆ ਤੇ ਚੰਗਿਆਂ ਨੂੰ ਹਾਈਲਾਈਟ ਕਰਨ 'ਚ ਕਈ ਵਾਰੀ ਅਸੀਂ ਪਿੱਛੇ ਰਹਿ ਜਾਂਦੇ ਆ। ਸੋ ਜਿਹੜਾ ਇਹ ਅੱਜ ਦਾ ਇਨੀਸ਼ੀਏਟਿਵ ਹੈਗਾ ਬਸੰਤ ਮੋਟਰਸ ਦਾ, ਬਲਦੇਵ ਭਾਜੀ ਹੋਣੀ ਹਰ ਸਾਲ ਕਰਦੇ ਆ ਕਿ ਉਹਨਾਂ ਬੱਚਿਆਂ ਨੂੰ ਹੱਲਾਸ਼ੇਰੀ ਦਿੱਤੀ ਜਾਵੇ ਜਿਹੜੇ ਪੜ੍ਹਨ ਲਿਖਣ 'ਚ ਬਹੁਤ ਅੱਗੇ ਜਾ ਰਹੇ ਆ। ਕਿਉਂਕਿ ਜੇ ਆਪਾਂ ਫਿਊਚਰ ਦੇਖੀਏ, ਈਵਨ ਪ੍ਰੈਜ਼ੈਂਟ ਵੀ ਸਾਡਾ ਇਹੀ ਬੱਚੇ ਆ, ਸਾਡਾ ਵਰਤਮਾਨ, ਸਾਡਾ ਭਵਿੱਖ। ਜੇ ਅਸੀਂ ਇਹਨਾਂ ਤੇ ਜ਼ੋਰ ਲਾਵਾਂਗੇ, ਸਾਡੇ ਕੋਲੇ ਉਹ ਹੋਪ ਹੈਗੀ ਆ। ਹੋਰ ਕੀ ਐਸੇ ਤਰੀਕੇ ਹੋਣੇ ਚਾਹੀਦੇ ਜਿੱਥੇ ਕਿ ਬੱਚਿਆਂ ਨੂੰ ਹੋਰ ਵੀ ਬੂਸਟ ਕੀਤਾ ਜਾ ਸਕੇ? ਦੇਖੋ, ਅਰਲੀ ਔਨ ਸਕੂਲ 'ਚ ਪਹਿਲਾਂ ਤਾਂ ਮਾਂ ਪਿਓ ਨੂੰ ਚਾਹੀਦਾ ਕਿ ਆਈਡੈਂਟੀਫਾਈ ਕਰਨ ਕਿ ਸਾਡਾ ਬੱਚਾ ਕਿਸ ਚੀਜ਼ 'ਚ ਲੈਕ ਕਰ ਰਿਹਾ, ਤੇ ਉਹਨੂੰ ਲੁਕਾਉਣ ਦੀ ਬਜਾਏ ਆਪਣੀ ਕਮਿਊਨਿਟੀ ਨੂੰ ਬਹੁਤ ਸਟਰੋਂਗ ਹੋ ਗਈ ਹੈ, ਫਾਈਨੈਂਸ਼ੀਅਲੀ ਬੜੇ ਸਟਰੋਂਗ ਹੈ, ਰਿਸੋਰਸਫੁਲ ਹੈਗੇ ਆਪਾਂ, ਇੱਕ ਦੂਜੇ ਨੂੰ ਰੀਚ ਆਊਟ ਕਰੀਏ। ਤੇ ਜੇ ਕੋਈ ਪੜ੍ਹਾਈ 'ਚ ਕੋਈ ਵੀਕ ਹੈਗਾ, ਉਹਦੀ ਹੈਲਪ ਕਰੋ, ਹੈ ਨਾ। ਜਿਹੜੇ ਹੁਣ ਯੂਨੀਵਰਸਿਟੀਆਂ 'ਚ ਬੱਚੇ ਜਾ ਰਹੇ ਉਹਨਾਂ ਤੋਂ ਮੈਂਟਰਸ਼ਿਪ ਲਈਏ ਆਪਾਂ, ਸੋ ਤਾਂ ਕਿ ਕਲੈਕਟਿਵਲੀ ਆਪਾਂ ਜਿਹੜਾ ਇੱਕ ਮੈਸ ਜਿਹੜਾ ਪਿਆ ਹੋਇਆ, ਗੈਂਗਸ ਦਾ ਕਹਿ ਲਓ, ਡਰੱਗਸ ਦਾ ਕਹਿ ਲਓ, ਆਪਾਂ ਆਰਾਮ ਨਾਲ ਨਿਕਲ ਸਕਦੇ ਹਾਂ ਇਹਦੇ 'ਚੋਂ, ਬਸ਼ਰਤੇ ਕਿ ਅਸੀਂ ਇੱਕ ਪਲੇਟਫਾਰਮ ਤੋਂ ਕੰਮ ਕਰੀਏ। ਸਰੀ ਪੁਲਿਸ ਕਦੋਂ ਆ ਰਹੀ ਹੈ ਹੁਣ ਰੋਡਸ ਦੇ ਉੱਪਰ? ਸਰੀ ਪੁਲਿਸ ਸਰਵਿਸ ਜੀ, ਮੈਂ ਦੇਖੋ CFSU ਤੋਂ ਇੱਥੇ ਆਇਆ ਹੈਗਾ ਔਰ ਗ੍ਰਾਸ ਰੂਟ ਲੈਵਲ ਦਾ ਕੰਮ ਕਰਨ ਲਈ ਇੱਥੇ ਆਇਆ, ਤੇ ਨਵੰਬਰ 30 ਤੋਂ ਪਹਿਲਾਂ 50 ਜਿਹੜੇ ਸਾਡੇ ਆਫੀਸਰਸ ਹੈਗੇ ਆ ਸਰੀ ਦੀਆਂ ਸਟਰੀਟਸ ਦੇ ਉੱਪਰ ਗਸ਼ਤ ਕਰਦੇ ਦੇਖੇ ਜਾਣਗੇ, ਔਰ ਹਰ ਮਹੀਨੇ ਅਸੀਂ ਨਵੀਂ ਜਿਹੜੀ ਭਰਤੀ ਕਰਕੇ ਉਹ 'ਚ ਐਡ ਕਰਦੇ ਜਾਵਾਂਗੇ। ਬਸੰਤ ਮੋਟਰਸ ਵੱਲੋਂ ਬਹੁਤ ਹੀ ਵਧੀਆ ਉਦਮ ਜੋ ਸਰੀ ਦੇ ਵਿੱਚ ਕੀਤਾ ਗਿਆ, ਜੋ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਗਈ, $32,000 ਦੀ ਸਕਾਲਰਸ਼ਿਪ ਜੋ ਬੱਚਿਆਂ ਨੇ ਪ੍ਰਾਪਤ ਕੀਤੀ। ਬੱਚਿਆਂ ਦੇ ਚਿਹਰੇ ਤੇ ਪੂਰੀ ਰੌਣਕ ਨਜ਼ਰ ਆ ਰਹੀ ਸੀ। ਬੱਚਿਆਂ ਦੇ ਨਾਲ ਉਹਨਾਂ ਦੇ ਪੇਰੈਂਟਸ ਵੀ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਕੈਮਰਾਮੈਨ ਫਾਹਦ ਦੇ ਨਾਲ ਅਮਰਜੀਤ ਸਿੰਘ, PTC ਨਿਊਜ਼, ਸਰੀ, ਕੈਨੇਡਾ। ਟੋਰਾਂਟੋ ਦੇ ਵਿੱਚ 18th ਐਨੂਅਲ ਕੈਸ਼ਮੀਰ ਕਲੈਕਸ਼ਨ ਫੈਸ਼ਨ ਸ਼ੋਅ ਆਯੋਜਿਤ ਕੀਤਾ ਗਿਆ, ਜਿਸ ਵਿੱਚ ਕੈਨੇਡਾ ਦੇ ਟੌਪ 16 ਫੈਸ਼ਨ ਡਿਜ਼ਾਈਨਰਜ਼ ਨੇ ਬਾਥਰੂਮ ਟਿਸ਼ੂਜ਼ ਦੇ ਨਾਲ ਆਪਣੇ ਕਾਸਟਿਊਮਸ ਤਿਆਰ ਕੀਤੇ। ਇਸ ਦੌਰਾਨ ਅਨੀਸ਼ਾ ਕੁਮਾਰ ਇਕੱਲੀ ਸਾਊਥ ਏਸ਼ੀਅਨ ਡਿਜ਼ਾਈਨਰ ਸੀ ਅਤੇ ਉਹਨਾਂ ਦੇ ਤਜਰਬੇ ਸੰਬੰਧੀ ਅਸੀਂ ਵਰਚੁਅਲੀ ਉਹਨਾਂ ਦੇ ਨਾਲ ਖਾਸ ਗੱਲਬਾਤ ਕੀਤੀ। Hi Anisha, welcome to our show. Hi, thank you so much for having me.
Anisha, before we talk about the 18th annual Kashmir event, could you please give us more insight about your ethnic background? Yeah, so my ethnic background is Indian. That is kind of culturally where I'm from, but I did grow up in Canada, so I have a little bit of a mix of both sides to me. What designs did you create from the Kashmir tissues, and what do you think how your background makes your designs stand out from the different designers? The design that I made was definitely heavily influeed by my ethnic background. So I did create a lehenga blouse and lehenga bottom for the design of my outfit. I made sure that that was the design style that I used because it was really easy to get the garment on and off the model by having it in two pieces in that way. But then using my Canadian influences to kind of structure the silhouette of the garment as well, including the slit in the front, which is something that you see more in Canadian outfits. So kind of combining the two cultures there to create the silhouette of the design. And then, of course, sticking to the theme as well. So making sure to include some of those extravagant details that you would have seen during that time period, the very luxurious designs and the dramatic designs of the dress. So kind of using all three elements to create a piece that was really unique because, I think I was probably the only South Asian designer that was there. So it really did have a unique element to it. Absolutely. And as you said that this event is unique, definitely this event is very unique and beautiful in itself. And I'm sure it's very challenging to create a whole brand new outfit from tissues. So how challenging it was for you to create a lehenga with the bathroom tissues? It was definitely really challenging to do. That material is so delicate and fragile. So even the slightest pull on the material will tear the whole fabric. So we had to be very careful in the way that we constructed it. I made sure that, by doing different techniques and trying out different techniques, I kind of came up with the best solution. So we ended up hand stitching the piece. So that really helped to keep the integrity of the outfit so it wouldn't tear, making sure that each layer was added on one at a time and then kind of building on top of it. So that kind of helped us to make sure that the piece had some strength, and when the model walked in the outfit, nothing fell apart or anything like that. So really, it was trial and error, and then making sure that we were delicate in our technique and style. And also, I guess one of the things that made it a little bit of a challenge was because we did do it in the middle of COVID. So all of the suppliers that we normally go to, they were all closed. The studio that I usually work out of, that was closed as well. So we ended up doing it in my home studio. And so that definitely presented a challenge of its own. So really, it was a very steep learning curve. But I think at the end, we did find the best way to do it. And of course, the dress did hold up. So it was good. Absolutely. Anisha, we see that this year's theme was the new Bella Epoch. So how this theme inspired you? So that time period was definitely a very beautiful age. It was very uplifting, luxurious, dramatic. Like the designs that the women wore back in the day were so memorable. And so that's how I really wanted the dress that I made to be. I wanted it to be very big and loud and have a silhouette that took up space. So that really inspired the design of the dress. I wanted to make sure that the details were very, we paid a lot of attention to detail. So we had a braided belt at the waist to make sure that we included some element of intricacy. We had a lot of layers and ruffles in the skirt. So just to give it that beautiful shape, that elegant flow. So that theme really did inspire the overall look of the piece. It was definitely very different than a traditional lehenga because usually you don't see something with a slit, something with that many ruffles and the braided technique. So it added a new layer and a new almost like a visual appeal to a traditional lehenga outfit. So yeah, that's how it was inspired. As we are in pandemic since last almost 1.5 years, so if we talk about the virtual events and in-person events, what do you think how important it is for you to have a live in-person event as opposed to a virtual event?
I think it makes such a big difference when you have everyone gathered in person together. Not only do you get to meet really great people, but you really get to interact with everyone. Like I got to meet so many different designers and really share and feed off of their energy. It's so different. And I feel like you can really feel the excitement that everyone has, right? And when you see all the outfits come down the runway and the audience reacts to them, you can see the excitement and the energy that they have as well. So that kind of a thing you really can't see when it's a virtual event. It's definitely not the same. And even just the way you actually see the outfits themselves, when you watch a model walk down a runway in the outfit right in front of you, you can see how the fabric is moving. You can see the way the model walks. And I feel like it really gives life to the dress. It gives it a new kind of energy as well. So that kind of thing, you really don't see it on a screen. So I'm really happy that they had it in person instead of a virtual event this year. All right, Anisha, it was nice talking to you. In the end, any message you want to give to our viewers? I just want to say thank you so much for everyone that watched. And, the event itself was definitely for a very good cause, to support breast cancer. And so for everyone that's watching, I know not everyone can connect with it personally, but I feel like if we all do our small part to help out, it's definitely something that is worth putting the time and energy into if you do have that capacity and just helping out your community in any way that you can. So I encourage everyone to, take part, go vote online because they do have the voting for the outfits right now going on. So, whatever you can do to support the cause, I think it would be really helpful for everyone. All right. Thank you so much for joining PTC Punjabi. We wish you good luck. Thank you so much. ਸੋ NRI ਵਰਲਡ ਵਿੱਚ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਮਿਲਾਂਗੇ ਅਗਲੇ ਹਫਤੇ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ।